हाँ जी दोस्तों, PSSB बोर्ड ने फिर तो वैकेंसी कढ़ी है। कुछ दिन पहला 95 वैकेंसी कढ़ी सी ते हुण किन्नियां कढ़ियां चलो चैक करते हैं। नोटिफिकेशन आ गया। वक्को वक् असामियां की गिणती 157 157 वैकेंसियां। किहड़ियां वैकेंसियां जी? सीनियर सहायक 12 वैकेंसियां, सीनियर सहायक IT 2 वैकेंसियां, सीनियर सहायक लेखा 2, तकनीक सहायक 2, खोज सहायक 49 बहुत हैं जी, ला अफसर 2, क्वालिटी मैनेजर 1, निजी सहायक 1, जूनियर आडिटर 60, जूनियर आडिटर बहुत हैं जी, ड्राफ्ट्समैन 1, इंस्ट्रक्टर 25, कुल असामियां 157। ठीक है जी। तो गल करिए ਆਪਾਂ कदों तो है, देखो जी ऑनलाइन अप्लाई करने की 30 तरीक तो है बई, 30 तरीक तो है, 30 तरीक तो स्टार्ट है। ऑनलाइन फॉर्म भरे जाएंगे। ठीक है। तो लास्ट डेट कदों है? 27/9। बहुत टाइम पिया जी, बहुत टाइम पिया। 27/9/23 ਤੇ ਫੀਸ ਭਰਨ ਦੀ ਮਿਤੀ ਆ 29/9/23। ਠੀਕ ਹੈ। 27/9/23 ਨੂੰ ਤਾਂ ਫਾਰਮ ਬੰਦ ਹੋ ਜਾਣੇ ਤੇ 29/9/23 ਤੱਕ ਫੀਸ ਭਰ ਸਕਦੇ ਹੋ। ਠੀਕ ਹੈ ਜੀ। ਤੇ ਗੱਲ ਕਰੀਏ ਕਿਹੜੇ ਵਿਭਾਗ 'ਚ ਕਿਹੜੇ ਵਿਭਾਗ 'ਚ ਅਸਾਮੀਆਂ ਤੇ ਕੈਟਾਗਰੀ ਵਰਗੀਆਂ। ਅਸਾਮੀ ਦਾ ਨਾਮ ਸੀਨੀਅਰ ਸਹਾਇਕ 12। ਅਬ ਸੀਨੀਅਰ ਸਹਾਇਕ 12 ਦੀ ਪੋਸਟ ਕਿਹੜੇ ਵਿਭਾਗ 'ਚ ਹੈ ਉਹ ਗੱਲ ਕਰਦੇ ਆਪਾਂ। ਠੀਕ ਹੈ। ਨੇਮ ਆਫ ਡਿਪਾਰਟਮੈਂਟ ਤੇ ਆ ਗਿਆ ਡਾਇਰੈਕਟਰ ਸੈਰ ਸਪਾਟਾ ਵਿਭਾਗ ਜੀ। ਠੀਕ ਹੈ। ਜਰਨਲ ਦੀ 1 ਵੈਕੈਂਸੀ ਹੈ। ਠੀਕ ਹੈ ਜੀ। ਤੇ ਸਮਾਜਿਕ ਨਿਆਂ ਆਧਾਰਿਕਤਾ ਤੇ ਘੱਟ ਗਿਣਤੀ ਵਿਭਾਗ। ਠੀਕ ਹੈ। ਜਰਨਲ ਦੀ 1 ਹੈ ਇਹ ਵੀ ਜੀ। ਵੂਮੈਨ ਦੀ ਕੋਈ ਨਹੀਂ ਆਇਆ, ਇਧਰ ਵੂਮੈਨ ਦਾ ਖਾਤਾ ਹੈ। ਠੀਕ ਹੈ। ਲੇਡੀਜ਼ ਦੀ ਵੈਕੈਂਸੀ ਹੈ। ਸੱਭਿਆਚਾਰਕ ਮਾਮਲੇ ਵਿਭਾਗ ਜਰਨਲ ਦੀ 1 ਹੈ। SC MND ਜਾਨੀ ਮਜ਼ਹਬੀ ਐਂਡ ਵਾਲਮੀਕੀ। ਠੀਕ ਹੈ। 1 ਵੈਕੈਂਸੀ ਹੈ ਜੀ। ਤੇ ਸ਼ਹਿਰੀ ਆਵਾਜਾਈ ਵਿਭਾਗ 'ਚ ਜਰਨਲ ਦੀ 1 ਹੈ ਜੀ। ਠੀਕ ਹੈ। ਪੁਰਾਲੇਖ ਵਿਭਾਗ ਵਿੱਚ ਜਰਨਲ ਦੀ 1 ਹੈ। ਖਜ਼ਾਨਾ ਤੇ ਲੇਖਾ ਵਿਭਾਗ ਸ਼ਾਖਾ ਵਿੱਤ ਵਿਭਾਗ ਜਰਨਲ ਦੀ 1 ਹੈ। ਤੇ SC MND 1, ਜਰਨਲ ਦੀਆਂ 3 ਹੈ ਜੀ। ਠੀਕ ਹੈ। ਤੇ MND 'ਚ 1 ਹੈ ਮਜ਼ਹਬੀ ਐਂਡ ਵਾਲਮੀਕੀ। ਠੀਕ ਹੈ ਜੀ। ਪੰਜਾਬ ਰਾਜ ਲਾਟਰੀਜ਼ ਜਰਨਲ ਦੀ 1 ਹੈ। SC MND ਜਿਹੜੇ SC ਮਜ਼ਹਬੀ ਐਂਡ ਵਾਲਮੀਕੀ ਉਹਨਾਂ ਦੀ 1 ਵੈਕੈਂਸੀ ਹੈ। ਠੀਕ ਹੈ ਜੀ। ਤੇ ਟੋਟਲ 12 ਆ ਗਈਆਂ ਜੀ। ਅੱਗੇ ਅਸਾਮੀ ਸੀਨੀਅਰ ਸਹਾਇਕ IT 2 ਵੈਕੈਂਸੀਆਂ ਜੀ। ਇਹਦੀਆਂ ਕਿਹੜੇ ਡਿਪਾਰਟਮੈਂਟ 'ਚ? ਸੈਰ ਸਪਾਟਾ ਵਿਭਾਗ 'ਚ ਹੈ। ਠੀਕ ਹੈ। ਜਰਨਲ ਦੀ 1 ਹੈ। SC MND ਦੀ 1 ਹੈ। ਠੀਕ ਹੈ ਜੀ। MND ਦਾ ਮਤਲਬ ਔਰ ਇਹ ਦੋਨੇ ਲੇਡੀਜ਼ ਦੀਆਂ ਬਾਈ, ਰਿਜ਼ਰਵ ਫॉर ਵੂਮੈਨ 1। ਠੀਕ ਹੈ ਜੀ। ਸੀਨੀਅਰ ਸਹਾਇਕ ਲੇਖਾ 2 ਵੈਕੈਂਸੀ ਹੈ। ਰਾਜ ਪੰਜਾਬ ਰਾਜ ਲਾਟਰੀਜ਼। ਠੀਕ ਹੈ। ਜਰਨਲ ਦੀ 1 ਹੈ। SC MND 1 ਹੈ। ਲੇਡੀਜ਼ ਦੀ 0। ਠੀਕ ਹੈ ਜੀ। ਸਾਮੀ ਤਕਨੀਕੀ ਸਹਾਇਕ ਇਹ ਕਿਹੜੇ ਡਿਪਾਰਟਮੈਂਟ? ਸਮਾਜਿਕ ਨਿਆਂ ਆਧਾਰਿਕਤਾ ਤੇ ਘੱਟ ਗਿਣਤੀ ਵਿਭਾਗ ਜਰਨਲ ਦੀ 1 ਹੈ। ਤੇ SC RO। ਠੀਕ ਹੈ। ਤੇ ਉਹ ਆ ਗਿਆ। ਆਹ ਦੇਖੋ ਫਰਕ ਦੇਖੋ ਜੀ, MND ਤੇ SC R&O ਰਾਮਦਾਸੀ ਐਂਡ ਅਦਰ। ਇੱਥੇ MND ਦੀ ਨਹੀਂ ਹੈ, ਰਾਮਦਾਸੀ ਐਂਡ ਅਦਰ। ਠੀਕ ਹੈ। ਰਾਮਦਾਸੀ ਐਂਡ ਅਦਰ 1 ਵੈਕੈਂਸੀ। ਠੀਕ ਹੈ ਜੀ। ਹਾਂ ਜਰਨਲ ਦੀ 1 ਹੈ। 2 ਹੋ ਗਈਆਂ ਟੋਟਲ। ਖੋਜ ਸਹਾਇਕ ਦੀਆਂ 49 ਵੈਕੈਂਸੀਆਂ ਆ ਗਿਆ ਵੀ। ਇਹ ਬਹੁਤ ਵੈਕੈਂਸੀ ਹੈ। ਕਿਹੜੇ ਡਿਪਾਰਟਮੈਂਟ 'ਚ? ਜਲ ਸਰੋਤ ਵਿਭਾਗ 'ਚ ਜਰਨਲ ਦੀਆਂ 4 ਆ ਜੀ। 1 ਵੂਮੈਨ ਵਾਸਤੇ ਰਿਜ਼ਰਵ ਹੈ। SC MND ਦੀ 1 ਆ, ਉਹ ਵੀ ਵੂਮੈਨ ਵਾਸਤੇ ਹੈ। SC R&O 1 ਹੈ। ਠੀਕ ਹੈ ਜੀ। ਐਕਸ ਸਰਵਿਸਮੈਨ ਜਰਨਲ ਦੀ 1 ਵੈਕੈਂਸੀ ਹੈ ਜੀ, ਉਹ ਵੀ ਵੂਮੈਨ ਵਾਸਤੇ ਹੈ। ਠੀਕ ਹੈ। ਟੋਟਲ 7 ਹੋ ਗਈਆਂ। ਠੀਕ ਹੈ। ਤੇ ਅਗਲਾ ਡਿਪਾਰਟਮੈਂਟ ਭਾਸ਼ਾ ਵਿਭਾਗ ਵਿੱਚ। ਠੀਕ ਹੈ ਜੀ। ਜਰਨਲ ਦੀਆਂ 18 ਹੈ। ਠੀਕ ਹੈ। SC MND ਦੀਆਂ 4 ਹੈ ਜੀ। R&O SC 4 ਹੈ ਜੀ। BC 4 ਹੈ ਜੀ। ਐਕਸ ਸਰਵਿਸਮੈਨ ਜਰਨਲ ਦੀਆਂ 3 ਹੈ। ਐਕਸ ਸਰਵਿਸਮੈਨ SC MND। ਠੀਕ ਹੈ। 1 ਹੈ SC ਐਕਸ ਸਰਵਿਸਮੈਨ SC 1। R&O ਵਾਲੇ ਦੀ ਸਪੋਰਟਸ ਦੀਆਂ 2 ਕੋਟਾ, ਸਪੋਰਟਸ ਜਰਨਲ ਦੀਆਂ 2 ਹੈ। ਫਿਜ਼ੀਕਲ ਹੈਂਡੀਕੈਪ ਔਰਥੋ। ਠੀਕ ਹੈ 1 ਹੈ। ਤੇ EWS 4 ਹੈ ਜੀ। ਇਹ ਟੋਟਲ ਹੋ ਗਈਆਂ 42। ਲਾ ਅਫਸਰ ਦੀਆਂ ਕਿਹੜੇ ਡਿਪਾਰਟਮੈਂਟ 'ਚ? ਜਲ ਸਰੋਤ ਵਿਭਾਗ 'ਚ। ਠੀਕ ਹੈ। ਜਰਨਲ ਦੀ 1 ਹੈ, ਉਹ ਵੀ ਵੂਮੈਨ ਐਂਡ SC MND 1 ਹੈ ਜੀ। ਠੀਕ ਹੈ ਜੀ। ਨਿੱਜੀ ਸਹਾਇਕ ਕਿਹੜੇ ਡਿਪਾਰਟਮੈਂਟ 'ਚ? ਸੱਭਿਆਚਾਰਕ ਮਾਮਲੇ ਵਿਭਾਗ ਜਰਨਲ ਦੀ 1 ਹੈ ਜੀ। ਕੁਆਲਿਟੀ ਮੈਨੇਜਰ। ਠੀਕ ਹੈ। ਸ਼ਹਿਰੀ ਆਵਾਜਾਈ ਵਿਭਾਗ ਜਰਨਲ ਦੀ 1 ਹੈ ਜੀ। ਠੀਕ ਹੈ। ਜੂਨੀਅਰ ਆਡੀਟਰ। ਠੀਕ ਹੈ। ਇਹ 'ਚ ਕਿੰਨੀਆਂ ਵੈਕੈਂਸੀਆਂ ਭਾਈ? 60 ਵੈਕੈਂਸੀਆਂ ਦੋਸਤੋ, ਬਹੁਤ ਵੈਕੈਂਸੀਆਂ। ਭਰੋ ਜੀ ਦਬਾ ਕੇ। ਠੀਕ ਹੈ। ਜਰਨਲ ਦੀਆਂ 25 ਆ ਜੀ। 7 ਵੂਮੈਨ ਵਾਸਤੇ 25 ਵੈਕੈਂਸੀਆਂ ਹੈ। SC ਐਂਡ MB 'ਚ 7, 3 ਲੇਡੀਜ਼। SC R&O 5, 2 BC 5 ਵੈਕੈਂਸੀਆਂ, 2 ਵੈਕੈਂਸੀਆਂ। ਐਕਸ ਸਰਵਿਸਮੈਨ ESM ਜਰਨਲ 4 ਵੈਕੈਂਸੀਆਂ। ਠੀਕ ਹੈ। 2 ESM SC MND 2, ESM SC R&O 1, ESM BC 1, ਸਪੋਰਟਸ ਜਰਨਲ 2, 1 ਹੈਂਡੀਕੈਪਟ ਹੀਅਰਿੰਗ ਇੰਪੇਅਰਡ 2। ਠੀਕ ਹੈ। 1 EWS 6 ਤੇ 2 ਲੇਡੀਜ਼ ਦੀ ਹੈ। ਠੀਕ ਹੈ। ਤੇ ਜੋ ਹੀਅਰ ਐਂਡ ਇੰਪੇਅਰਡ ਇਹ ਕੀ ਕੌਣ ਹੁੰਦੇ ਆ ਐਂਡੀ? ਇਹ ਹੁੰਦੇ ਆ ਜੋ ਵਿਚਾਰੇ ਨਾ ਤਾਂ ਬੋਲ ਸਕਦੇ ਨੇ, ਨਾ ਕੰਨਾਂ ਤੋਂ ਸੁਣ ਸਕਦੇ ਨੇ। ਠੀਕ ਹੈ ਜੀ। ਇਹ ਹੁੰਦੇ ਆ।
ਤੇ ਡਰਾਫਟਸਮੈਨ ਦੀ ਵੈਕੈਂਸੀ ਆ ਗਈ ਬਈ। SN ਇਹ ਕਾਹਦੀ ਹੈ, ਕਿਹੜੇ ਵਿਭਾਗ 'ਚ ਹੈ? ਸੱਭਿਆਚਾਰ ਮਾਮਲੇ, ਪੁਰਾਤੱਤਵ ਤੇ ਅਜਾਇਬ ਘਰ ਵਿਭਾਗ ਪੰਜਾਬ 'ਚ, SC&MB ਦੀ ਹੈ ਇਹ, ਠੀਕ ਹੈ ਜੀ, ਇੱਕ ਹੈ, ਠੀਕ ਹੈ ਜੀ। ਤੇ ਅੱਗੇ ਆ ਗਈ ਇੰਸਟਰਕਟਰ ਅਸਾਮੀ ਦਾ ਨਾਂ, ਕਿਹੜੇ ਆ? ਭਾਸ਼ਾ ਵਿਭਾਗ 'ਚ ਹੈ, ਠੀਕ ਹੈ ਜੀ। ਜਰਨਲ ਦੀਆਂ 10 ਆ ਬਾਈ, ਠੀਕ ਹੈ। SC/MD 3 ਹੈ, SC/RO 2 ਹੈ, BC 2 ਹੈ, ਐਕਸ ਸਰਵਿਸਮੈਨ 1 ਹੈ ਜੀ ਜਰਨਲ ਦੀ, ਐਕਸ ਸਰਵਿਸਮੈਨ। SC/MD 1 ਹੈ, ਐਕਸ ਸਰਵਿਸਮੈਨ। BC 1 ਹੈ, ਸਪੋਰਟਸ 1 ਹੈ, ਫਿਜ਼ੀਕਲ ਹੈਂਡੀਕੈਪ ਔਰਥੋ, ਠੀਕ ਹੈ, 1 ਹੈ, EWS 3 ਹੈ ਜੀ, ਠੀਕ ਹੈ ਜੀ। ਇਹ ਆਪਾਂ ਵੈਕੈਂਸੀਆਂ ਕਰਤੇ। ਹੁਣ ਆਪਾਂ ਕਰਦੇ ਹਾਂ ਜੀ ਇਹਨਾਂ ਦੀ, ਆਹ ਦੇਖੋ ਜੀ, ਇਹ ਆਪਣੇ ਕੋਡ ਹੈ ਅਸਾਮੀਆਂ ਲਈ ਅਪਲਾਈ ਕਰਨ ਲਈ, ਕੈਟਾਗਰੀ ਕੋਡ ਬਾਈ। ਇਸ ਕੋਡ ਦੇ ਵਿੱਚ ਹੀ ਜੈਸੇ ਕੋਈ ਜਰਨਲ ਦਾ ਉਹ 101 ਕੋਡ ਦਾ ਭਰੇਗਾ ਉੱਥੇ, ਠੀਕ ਹੈ। ਜੋ ਤੁਹਾਡੇ ਕੋਡ ਆ ਉਸ ਦੇ ਵਿੱਚ ਭਰਨਾ। ਅਗਰ ਅਦਰ ਕੋਡ ਜਾਂ ਜਰਨਲ ਵਾਲੇ ਨੇ 104 ਭਰਤਾ ਨਾ ਤਾਂ ਉਹ ਤੁਹਾਡਾ ਫਾਰਮ ਰਿਜੈਕਟ ਮੰਨਿਆ ਜਾਏਗਾ। ਇਸ ਕਰਕੇ ਧਿਆਨ ਨਾਲ ਭਰਨਾ ਜੀ। ਆ ਕੋਡ ਦੇਖ ਲਓ, ਮੈਂ ਹੌਲੀ ਹੌਲੀ ਉੱਪਰ ਕਰਾਂਗਾ ਕਿਉਂਕਿ ਨਹੀਂ ਜੇ ਪੂਰੇ ਕੋਡ ਦੱਸਣ ਲੱਗ ਗਿਆ ਤਾਂ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ, ਠੀਕ ਹੈ। ਜਾਂ ਸਕਰੀਨਸ਼ਾਟ ਲੈ ਕੇ ਆਪਣੇ ਕੋਡ ਚੈੱਕ ਕਰ ਲੈਣਾ, ਠੀਕ ਹੈ ਜੀ। ਤਨਖਾਹ ਸਕੇਲ ਜਦੋਂ ਨੌਕਰੀ ਮਿਲ ਗਈ ਤਾਂ ਕਰਾਂਗੇ, ਪਰ ਇਹਦੇ ਵਿੱਚ ਤਕਰੀਬਨ ਸਾਰਿਆਂ ਦਾ ਹੀ 35,400 ਹੈ ਤਨਖਾਹ ਸਕੇਲ ਪੱਤੇ, 35,400 ਦੀ, ਸਭ ਦਾ 400 ਹੈ, ਸਭ ਦਾ 400 ਹੈ, 35,400, ਠੀਕ ਹੈ ਜੀ। ਸੇਮ ਸਕੇਲ ਹੈ। ਤੇ ਹੁਣ ਵਿੱਦਿਆ ਯੋਗਤਾ ਦੀ ਗੱਲ ਕਰੀਏ, ਜੋ ਮੇਨ ਹੈ ਵੀ ਤੁਸੀਂ ਭਰ ਸਕਦੇ ਹੋ ਜਾਂ ਨਹੀਂ ਭਰ ਸਕਦੇ, ਤੁਹਾਡੀ ਕੁਆਲੀਫਿਕੇਸ਼ਨ। ਸੀਨੀਅਰ ਸਹਾਇਕ ਵਾਸਤੇ ਉਹਨਾਂ ਨੇ ਬੈਚਲਰ ਡਿਗਰੀ ਫਰੋਮ ਰਿਕੋਗਨਾਈਜ਼ ਇੰਸਟੀਚਿਊਟ, ਠੀਕ ਹੈ ਜੀ। ਹੌਲੀ ਹੌਲੀ ਉੱਪਰ ਕਰਾਂਗੇ ਕਿਉਂਕਿ ਜੇ ਮੈਂ ਪੂਰਾ ਪੜ੍ਹਨ ਲੱਗ ਗਿਆ ਵੀਡੀਓ ਫਿਰ ਲੰਬੀ ਹੋ ਜਾਣੀ, ਪਰ ਫਿਰ ਵੀ ਜੋ ਜ਼ਰੂਰੀ ਆ ਉਹ ਤੁਹਾਨੂੰ ਦੱਸਦਾ। ਕੁਆਲੀਫਾਈਂਗ ਕੰਪਿਊਟਰ ਟੈਸਟ ਸਪੈਕੇਜ ਬਾਏ ਦਾ ਅਪੁਆਇੰਟਮੈਂਟ ਅਥਾਰਟੀ ਟਾਈਮ ਟੂ ਟਾਈਮ। 120 ਘੰਟੇ ਦਾ ਕੰਪਿਊਟਰ ਕੋਰਸ ਹੋਣਾ ਵੀ ਜ਼ਰੂਰੀ ਹੈ, ਠੀਕ ਹੈ ਜੀ। ਕੰਪਿਊਟਰ ਕੋਰਸ ਹੋਣਾ ਜ਼ਰੂਰੀ ਹੈ ਤੁਹਾਡਾ ਜੀ। ਕੰਪਿਊਟਰ ਇਨਫੋਰਮੇਸ਼ਨ O ਲੈਵਲ ਦਾ ਸਰਟੀਫਿਕੇਟ ਹੁੰਦਾ ਕੰਪਿਊਟਰ ਦਾ, ਉਹ ਵੀ ਚਾਹੀਦਾ ਤੁਹਾਨੂੰ, ਠੀਕ ਹੈ ਜੀ। The person who appointment senior assistant in the term of rules I have before appointment English ਪੰਜਾਬੀ ਟਾਈਪਿੰਗ ਬਾਈ, ਇੰਗਲਿਸ਼ ਤੇ ਪੰਜਾਬੀ ਟਾਈਪਿੰਗ ਕੰਪਿਊਟਰ ਕੰਡਕਟ ਬੋਰਡ ਅਪੁਆਇੰਟਮੈਂਟ ਅਥਾਰਟੀ ਡਿਪਾਰਟਮੈਂਟ ਬਾਈ। ਇੰਗਲਿਸ਼ ਤੇ ਟਾਈਪਿੰਗ ਦੀ ਸਪੀਡ ਕਿੰਨੀ ਚਾਹੀਦੀ ਹੈ? 30 ਵਰਡ ਪਰ ਮਿੰਟ, ਠੀਕ ਹੈ। ਸਪੀਡ ਟਾਈਪਿੰਗ ਸਪੀਡ ਤੁਹਾਡੀ 30 ਮਿੰਟ, ਉਹ सॉरी 30 वर्ड 30 शब्द पर मिनट, 1 मिनट में 30 शब्द लिखने हैं आपने जो टेस्ट होगा तुम्हारा, ठीक है। सीनियर सहायक IT दी शुड पॉजिटिव डिग्री BE, ठीक है, एंड BTech इंफॉर्मेशन टेक्नोलॉजी ऑफ इलेक्ट्रॉनिक एंड कम्युनिकेशन और कंप्यूटर साइंस फ्रॉम द रिकॉग्नाइज्ड यूनिवर्सिटी और इंस्टीट्यूट विद मिनिमम 50% 50% ਨੰਬਰ ਹੋਣੇ ਚਾਹੀਦੇ ਆ ਬਾਈ ਤੁਹਾਡੇ, ਠੀਕ ਹੈ। ਜਾਂ ਸ਼ੁੱਡ ਵੀ ਮਾਸਟਰ ਡਿਗਰੀ ਕੰਪਿਊਟਰ ਐਪਲੀਕੇਸ਼ਨ ਰਿਕੋਗਨਾਈਜ਼ ਯੂਨੀਵਰਸਿਟੀ, ਪਰ ਫਿਰ ਵੀ ਇਹਦੇ ਵਿੱਚ ਵੀ 50% ਤੁਹਾਡੇ ਨੰਬਰ ਹੋਣੇ ਚਾਹੀਦੇ ਆ, ਠੀਕ ਹੈ। ਐਂਡ ਸ਼ੁੱਡ ਹੈਵ ਐਕਸਪੀਰੀਅੰਸ 2 ਸਾਲ ਦਾ ਬਾਈ ਫੀਲਡ ਆਫ ਇਨਫੋਰਮੇਸ਼ਨ ਕਮਿਊਨੀਕੇਸ਼ਨ ਟੈਕਨੋਲੋਜੀ, 2 ਸਾਲ ਦਾ ਐਕਸਪੀਰੀਅੰਸ ਵੀ ਮੰਗਿਆ ਬਾਈ ਤੁਹਾਡਾ ਹੋਣਾ ਚਾਹੀਦਾ ਹੈ। ਅਗਰ ਤੁਸੀਂ ਇਹਦੇ ਵਿੱਚ ਇੱਥੇ ਔਰ ਲਿਖਿਆ ਨਾ ਵੀ ਇਸ ਦੇ ਤੁਹਾਡੇ ਕੋਲ ਹੈ ਮਾਸਟਰ ਡਿਗਰੀ ਆਫ ਕੰਪਿਊਟਰ ਦਾ, ਪਰ ਉਹਦਾ 2 ਸਾਲ ਦਾ ਉਹਨਾਂ ਨੇ ਕਮਿਊਨੀਕੇਸ਼ਨ ਟੈਕਨੋਲੋਜੀ ਦਾ ਉਹ ਵੀ ਐਕਸਪੀਰੀਅੰਸ ਹੈ। ਸੀਨੀਅਰ ਸਹਾਇਕ ਲੇਖਾ ਦੇ ਵਿੱਚ ਡਿਗਰੀ BCom 2nd ਕਲਾਸ ਫਰੋਮ ਰਿਕੋਗਨਾਈਜ਼ ਯੂਨੀਵਰਸਿਟੀ ਔਰ ਐਕਸਪੀਰੀਅੰਸ ਆਫ ਅਕਾਊਂਟ ਪੀਰੀਅਡ 3 ਸਾਲ ਦਾ ਵੀ ਕਮਿਊਨੀਕੇਸ਼ਨ ਆਰਗੇਨਾਈਜ਼ ਐਕਸਪੀਰੀਅੰਸ ਹੋਣਾ ਚਾਹੀਦਾ, ਠੀਕ ਹੈ ਜੀ। ਤੇ ਕੁਆਲੀਫਾਈਡ ਅੱਗੇ ਗੱਲ ਕਰਦੇ ਹਾਂ। ਕੁਆਲੀਫਾਈਡ ਪੁਆਇੰਟ ਅਥਾਰਟੀ ਟਾਈਮ ਟੂ ਟਾਈਮ, ਠੀਕ ਹੈ। ਪੋਜੈਸਿਵ ਐਟਲੀਸਟ 120 ਘੰਟੇ ਦਾ ਯਾਰ ਕੰਪਿਊਟਰ ਕੋਰਸ, ਠੀਕ ਹੈ, ਜਾਂ O ਲੈਵਲ ਦਾ ਕੰਪਿਊਟਰ ਕੋਰਸ ਇਹਨਾਂ ਤਾਂ ਮੰਗਿਆ ਹੀ ਮੰਗਿਆ, ਠੀਕ ਹੈ। ਦਾ ਪਰਸਨ ਸੋ ਅਪਾਰਟਮੈਂਟ ਸੀਨੀਅਰ ਸਟੂਡੈਂਟ ਸ਼ੈਲ ਬੀ ਅਪਾਰਟਮੈਂਟ ਇੰਗਲਿਸ਼, ਆ ਦੇਖੋ ਜੀ ਤੁਹਾਡਾ ਇੰਗਲਿਸ਼ ਐਂਡ ਪੰਜਾਬੀ ਕੰਪਿਊਟਰ ਕੰਡਕਟ ਬੋਰਡ ਅਪਾਰਟਮੈਂਟ ਅਥਾਰਟੀ ਟੈਕਨਿਕ ਕੇਸ ਆਫ ਸਪੀਡ ਉਹੀ 30 ਵਰਡ ਪਰ ਮਿੰਟ ਤੁਹਾਡੀ ਟਾਈਪਿੰਗ ਸਪੀਡ ਹੋਣੀ ਚਾਹੀਦੀ ਹੈ, ਠੀਕ ਹੈ ਜੀ। ਪ੍ਰੋਵਾਈਡਰ ਬੀ ਨਾਨ ਟੈਕਨੀਕਲ ਹੂ ਹੈਵ ਡਿਸਚਾਰਜ ਫਰੋਮ ਡਿਫੈਂਸ ਸਰਵਿਸ ਅੰਡਰ ਫੈਮਿਲੀ ਐਂਡ ਇਸ਼ੂ ਵੀ ਹੈਵ ਦ ਗਵਰਨਮੈਂਟ ਪੈਸੀ ਪਰਸਨ ਯੂਨੀਵਰਸਿਟੀ ਸ਼ੈਲ ਪਰ ਨਾਟ ਬੀ ਕੁਆਲੀਫਾਈਡ ਐਜ਼ ਪੰਜਾਬੀ ਟਾਈਪਿੰਗ ਟੂ ਪ੍ਰੋਵਾਈਡ ਰੂਲ। ਇਹਦਾ ਕੋਈ ਗ੍ਰੈਜੂਏਸ਼ਨ ਇਹਦਾ ਕੋਈ ਚੱਕਰ ਨਹੀਂ, ਬਸ ਜੋ ਦੱਸੋ ਇਹਦਾ। ਤਕਨੀਕੀ ਸਹਾਇਕ ਸ਼ੁੱਡ ਹੈਵ ਮਾਸਟਰ ਡਿਗਰੀ ਬਾਈ, ਮਾਸਟਰ ਡਿਗਰੀ ਹੋਣੀ ਚਾਹੀਦੀ ਹੈ ਵਿਦ ਲਿਸਟ 50% ਨੰਬਰ ਹੋਣੇ ਚਾਹੀਦੇ ਆ ਰਿਕੋਗਨਾਈਜ਼ ਯੂਨੀਵਰਸਿਟੀ ਜਾਂ ਇੰਸਟੀਚਿਊਟ ਤੋਂ, ਠੀਕ ਹੈ ਜੀ। इन इकोनॉमिक्स आप देखो एंड इंस्टीट्यूट इन इकोनॉमिक्स और मैथमेटिक्स और एग्रीकल्चर इकोनॉमिक्स और कॉमर्स विद स्टैटिक 1 ऑफ द पेपर ऑफ मास्टर डिग्री विद लिस्ट 50% नंबर होने चाहिए फ्रॉम द रिकॉग्नाइज्ड यूनिवर्सिटी, ठीक है जी। प्रोवाइड द शैल बी गिवन ए पर्सन हैविंग एक्सपीरियंस collection analyze of static data government office recognized institute post similar static assistant Punjab from minimum 1 period, ठीक है जी। should have master degree with less than 50% ਮਾਰਕ, ਠੀਕ ਹੈ। ਮਾਸਟਰ ਡਿਗਰੀ ਹੋਣੀ ਚਾਹੀਦੀ ਹੈ, ਘੱਟੋ ਘੱਟ ਮਾਰਕ ਕਿਆ ਕਹਿੰਦੇ 50% ਹੋਣੇ ਚਾਹੀਦੇ ਹੈ, ਠੀਕ ਹੈ। ਪੜ੍ਹ ਲਿਓ ਜੀ ਕਿਉਂਕਿ ਵੀਡੀਓ ਬਹੁਤ ਲੰਬੀ ਹੈ, ਮੈਂ ਬਹੁਤ ਸਪੀਡ ਨਾਲ ਕਰ ਰਿਹਾ ਤਾਂ ਜੋ ਤੁਹਾਨੂੰ ਸਾਰੀ ਚੀਜ਼ ਦਾ ਪਤਾ ਚੱਲ ਜਾਏ, ਠੀਕ ਹੈ ਜੀ। ਵਿਦ ਲੈਸ ਦੈਨ 55%, 50 ਤੋਂ ਘੱਟ ਹੀ ਹੋਣੇ ਚਾਹੀਦੇ, ਕੋਈ ਚੱਕਰ ਨਹੀਂ, ਲੈਸ ਦੈਨ ਹੈ, ਠੀਕ ਹੈ ਜੀ। ਸ਼ੁੱਡ ਕਲੈਕਸ਼ਨ
ਗੌਰਮੈਂਟ ਰਿਕੋਗਨਾਈਜ਼ਡ ਇੰਡਸਟਰੀ ਸਿਮਿਲਰ ਅਸਿਸਟੈਂਟ ਇਕਨੋਮੀ ਪੰਜਾਬ ਪੀਰੀਅਡ 3 ਆਰਗੇਨਾਈਜੇਸ਼ਨ ਪੰਜਾਬ ਮਿਨੀਮਮ 3 ਸਾਲ ਦਾ ਬਈ ਆ ਮੰਗਿਆ ਜੀ ਇਹਨੇ ਪੰਜਾਬ ਪੀਰੀਅਡ ਆਰਗੇਨਾਈਜੇਸ਼ਨ ਠੀਕ ਹੈ ਜੀ। ਖੋਜ ਸਹਾਇਕ ਦੇ ਜਲ ਸਰੋਤ ਵਿਭਾਗ ਸ਼ੁੱਡ ਪੋਸੈਸਿਸ ਦਾ ਬੈਚਲਰ ਡਿਗਰੀ ਆਫ ਸਾਇੰਸ ਬਾਈ ਬੈਚਲਰ ਡਿਗਰੀ ਆਫ ਸਾਇੰਸ ਨਾਨ ਮੈਡੀਕਲ ਦੇ ਵਿੱਚ ਬੈਚਲਰ ਡਿਗਰੀ ਆਫ ਸਾਇੰਸ ਹੋਨਰਸ ਔਰ ਬੀਟੈਕ ਸਿਵਲ ਐਂਡ ਵਿਦ ਮਿਨੀਮਮ 60% ਮਾਰਕ ਬਾਈ 60% ਮਾਰਕ ਹੋਣੇ ਚਾਹੀਦੇ ਆ ਤੁਹਾਡੇ ਕੋਲ ਠੀਕ ਹੈ। ਬੈਚਲਰ ਡਿਗਰੀ ਹੋਣੀ ਚਾਹੀਦੀ ਹੈ ਨਾਨ ਮੈਡੀਕਲ ਦੇ ਵਿੱਚ ਆਫ ਸਾਇੰਸ ਨਾਨ ਮੈਡੀਕਲ ਬੈਚਲਰ ਡਿਗਰੀ ਇਨ ਸਾਇੰਸ ਹੋਨਰ ਦੇ ਅਤੇ ਬੀਟੈਕ ਸਿਵਲ ਦੇ ਵਿੱਚ ਹੋਣੀ ਚਾਹੀਦੀ ਹੈ। ਮਿਨੀਮਮ 60% ਮਾਰਕ ਹੋਣੇ ਚਾਹੀਦੇ ਆ। ਰਿਕੋਗਨਾਈਜ਼ ਯੂਨੀਵਰਸਿਟੀ ਇੰਸਟੀਚਿਊਟ ਐਨੀ ਸਬਜੈਕਟ ਫਿਜ਼ਿਕਸ ਕੈਮਿਸਟਰੀ ਐਂਡ ਮੈਥਮੈਟਿਕਸ ਠੀਕ ਹੈ ਜਾਂ ਇੰਸਟੀਚਿਊਟ ਆਫ ਐਨੀ ਸਬਜੈਕਟ ਫਿਜ਼ਿਕਸ ਤੇ ਕੈਮਿਸਟਰੀ ਇਹ ਸਬਜੈਕਟਾਂ ਦੇ ਵਿੱਚ ਤੁਸੀਂ ਪੜ੍ਹੇ ਲਿਖੇ ਹੋਣੇ ਚਾਹੀਦੇ ਆ ਠੀਕ ਹੈ। ਖੋਜ ਸਹਾਇਕ ਦੇ ਵਿੱਚ ਠੀਕ ਹੈ ਸ਼ੁੱਡ ਹੈਵ ਪਾਸ ਡਿਗਰੀ ਆਫ ਪੋਸਟ ਗ੍ਰੈਜੂਏਸ਼ਨ ਪ੍ਰੈਫਰੇਬਲੀ ਇਨ ਪੰਜਾਬੀ ਹਿੰਦੀ ਔਰ ਇੰਗਲਿਸ਼ ਵਿਦ ਐਟਲੀਸਟ 55% ਮਾਰਕ ਹੋਣੇ ਚਾਹੀਦੇ ਆ। ਪੋਸਟ ਗ੍ਰੈਜੂਏਸ਼ਨ ਦੇ ਵਿੱਚ ਪੰਜਾਬੀ ਹੋਣੀ ਚਾਹੀਦੀ ਹਿੰਦੀ ਇੰਗਲਿਸ਼ ਇਹ ਹੋਣੀ ਚਾਹੀਦੀ ਪਰ 55% ਮਾਰਕ ਹੋਣੇ ਚਾਹੀਦੇ ਆ ਠੀਕ ਹੈ ਤਾਂ ਤੁਸੀਂ ਅਪਲਾਈ ਕਰ ਸਕਦੇ ਆ। ਜਾਂ ਤਾਂ ਫਿਰ ਔਰ ਕਿਆ ਨੰਬਰ 2 ਹੈ ਰਾਈਟਿੰਗ ਸਕਿੱਲ ਫੀਲਡ ਆਰਟੀਕਲ ਰਿਸਰਚ ਜਰਨਲਸ ਆਫ ਹਾਈ ਰੈਪਿਊਟੇਡ ਆਫ ਬੋਪਰ ਸ਼ੁੱਡ ਹੈਵ ਕ੍ਰੀਏਟਿੰਗ ਰਾਈਟਿੰਗ ਸਕਿੱਲ ਫੀਲਡ ਆਫ ਰਾਈਟਿੰਗ ਸਕਿੱਲ ਕਾਹਦੇ ਵਿੱਚ ਹੋਣੀ ਚਾਹੀਦੀ ਹੈ ਤੁਹਾਡੀ ਆਰਟੀਕਲ ਰਾਈਟਿੰਗ ਆਫ ਆਰਟੀਕਲ ਰਿਸਰਚ ਪੇਪਰ ਜਰਨਲਸ ਆਫ ਹਾਈ ਠੀਕ ਹੈ। ਸ਼ੁੱਡ ਹੈਵ ਰਿਕੁਆਇਰਡ 2 ਈਅਰ ਟੀਚਿੰਗ ਐਕਸਪੀਰੀਅੰਸ 2 ਸਾਲ ਦਾ ਟੀਚਿੰਗ ਐਕਸਪੀਰੀਅੰਸ ਇਨ ਐਨੀ ਗਵਰਨਮੈਂਟ ਰਨ ਸਕੂਲ ਰਿਕੋਗਨਾਈਜ਼ ਬਈ ਸਰਕਾਰੀ ਸਕੂਲ ਦੇ ਵਿੱਚ 2 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਤੁਹਾਡਾ ਠੀਕ ਹੈ ਜੀ ਜੋ ਉਹਨੂੰ ਗਵਰਨਮੈਂਟ ਰਨ ਕਰ ਰਹੀ ਹੈ ਠੀਕ ਹੈ। ਲਾ ਅਫਸਰ ਵਾਸਤੇ ਉਹੀ ਡਿਗਰੀ ਲਾ ਦੀ ਹੋਣੀ ਚਾਹੀਦੀ ਹੈ। ਇਸ ਹੂ ਹੈਵ 3 ਸਾਲ ਦਾ ਐਕਸਪੀਰੀਅੰਸ ਐਜ਼ ਐਡਵੋਕੇਟ ਹੋਣਾ ਚਾਹੀਦਾ ਬਾਈ 3 ਸਾਲ ਦਾ ਇੱਕ ਲਾ ਅਫਸਰ ਵਾਸਤੇ 3 ਸਾਲ ਦਾ ਐਕਸਪੀਰੀਅੰਸ ਵੀ ਹੋਣਾ ਚਾਹੀਦਾ ਤੁਸੀਂ ਲਾ ਕਰ ਲਈ ਉਹ ਤੋਂ ਬਾਅਦ 3 ਸਾਲ ਐਕਸਪੀਰੀਅੰਸ ਵੀ ਚਾਹੀਦਾ ਤੁਹਾਨੂੰ ਠੀਕ ਹੈ। ਐਟ ਬਾਰ ਜੋ ਉੱਥੇ ਬਾਰ ਹੁੰਦੀ ਹੈ ਜੋ ਠੀਕ ਹੈ ਤੇ ਹੈਵ ਐਨ ਐਕਸਪੈਂਸਿਵ ਲੀਗਲ ਵਰਕ ਠੀਕ ਹੈ ਜੀ। ਤੇ ਕੁਆਲਿਟੀ ਮੈਨੇਜਰ ਦਾ ਸ਼ੁੱਡ ਹੈਵ ਪਾਸਡ 10+2 ਐਗਜ਼ਾਮੀਨੇਸ਼ਨ ਫਰੋਮ ਦਾ ਬਾਈ ਦੇ ਕੁਆਲਿਟੀ ਮੈਨੇਜਰ ਦੀ ਸ਼ੁੱਡ ਹੈਵ ਪਾਸ 10ਵੀਂ ਦਾ 10+2 ਐਗਜ਼ਾਮੀਨੇਸ਼ਨ ਬਰੋਡ ਠੀਕ ਹੈ। ਬੋਰਡ ਇੰਸਟੀਚਿਊਟ ਸ਼ੁੱਡ ਪੋਸਪ 3 ਈਅਰ ਕੋਰਸ ਇਨ 에ਅਰਕ੍ਰਾਫਟ ਮੇਨਟੇਨੈਂਸ ਠੀਕ ਹੈ। ਕਾਹਦੀ ਵੈਕੈਂਸੀ ਹੈ ਹਾਂ ਕੁਆਲਿਟੀ ਮੈਨੇਜਰ ਦੀ ਹੈ 에ਅਰਕ੍ਰਾਫਟ ਮੇਨਟੇਨੈਂਸ ਇੰਜੀਨੀਅਰਿੰਗ ਅਪਰੂਵਡ ਬਾਈ ਦਾ ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ ਗਵਰਨਮੈਂਟ ਆਫ ਕੋਲਡ ਠੀਕ ਹੈ ਜੀ। 10+2 ਦੀ ਬੇਸ ਤੇ ਭਰਤੀ ਆ ਪਰ ਤੁਹਾਡੇ ਕੋਲ ਕੋਰਸ ਹੋਣਾ ਚਾਹੀਦਾ 에ਅਰਕ੍ਰਾਫਟ ਮੇਨਟੇਨੈਂਸ ਦਾ ਇੰਜੀਨੀਅਰਿੰਗ ਦਾ ਜਾਂ ਅਪਰੂਵਡ ਬਾਈ 3 ਸਾਲ ਦਾ ਠੀਕ ਹੈ ਡਾਇਰੈਕਟਰ ਜਨਰਲ ਸਿਵਲ ਐਵੀਏਸ਼ਨ ਗਵਰਨਮੈਂਟ ਠੀਕ ਹੈ ਜੀ। ਤੇ ਅੱਗੇ ਗੱਲ ਕਰੀਏ ਆਪਾਂ ਹਲੇ 10ਵੀਂ ਤੇ ਹੀ ਪਹੁੰਚੇ ਹਾਂ ਦੇ 17 ਪੇਜ ਹੈ ਜੀ। ਸ਼ੁੱਡ ਹੈਵ 5 ਈਅਰ ਐਕਸਪੀਰੀਅੰਸ ਰੈਪੂਟੇਸ਼ਨ ਵੀ ਹੈ ਕੰਟਰੋਲ ਸੈੱਲ ਹੈਵਿੰਗ ਨੌਲੇਜ ਕੋਈ ਚੱਕਰ ਨਹੀਂ ਦਾ ਕੋਈ ਸ਼ੁੱਡ ਹੈਵ ਕੰਪਿਊਟਰ ਇਨਫੋਰਮੇਸ਼ਨ ਟੈਕਨੋਲੋਜੀ ਉਹ ਲੈਵਲ ਸਰਟੀਫਿਕੇਟ ਹੋਣਾ ਚਾਹੀਦਾ ਠੀਕ ਹੈ ਜੀ। ਨਿੱਜੀ ਸਹਾਇਕ ਵਾਸਤੇ ਸ਼ੁੱਡ ਹੈਵ ਗ੍ਰੈਜੂਏਟ ਹੋਣਾ ਚਾਹੀਦਾ ਨਾਰਮਲ ਕਿਸੇ ਵੀ ਯੂਨੀਵਰਸਿਟੀ ਤੋਂ ਠੀਕ ਹੈ ਤੁਸੀਂ ਭਰ ਸਕਦੇ ਹੋ ਫਾਰਮ। ਪੰਜਾਬੀ ਸ਼ੈਲ ਵੀ ਡੈਲੀਗੇਟ ਸਪੀਡ 100 ਵਰਡ ਪਰ ਮਿੰਟ ਇਨ ਬਾਈ ਪੰਜਾਬੀ ਸ਼ੈਲ ਵੀ ਡਿਕਟੇਟਡ ਐਟ ਸਪੀਡ ਆਫ 100 ਵਰਡ ਪਰ ਮਿੰਟ ਇਨ ਪੰਜਾਬੀ ਲੈਂਗੁਏਜ ਰਿਕੁਆਇਰਡ ਟ੍ਰਾਂਸਲੇਟ ਔਨ ਟਾਈਪਰਾਈਟਰ ਕੰਪਿਊਟਰ ਸਪੀਡ ਆਫ 20 ਵਰਡ ਪਰ ਮਿੰਟ ਪੰਜਾਬੀ ਦੇ ਹਾਂ ਠੀਕ ਹੈ ਜੀ। ਇਹਨੂੰ ਪੰਜਾਬੀ ਯਾਰ ਇਹ ਕਨਫਿਊਜ਼ਨ ਕਰਤਾ ਇਹਨਾਂ ਨੇ ਇਹਦਾ ਪੈਸਿਵ ਇਨ ਹਾਂ ਬਾਈ 100 ਵਰਡ ਪੈਸਿਵ ਦੇ 100 ਵਰਡ ਹੋਣੇ ਚਾਹੀਦੇ ਆ ਠੀਕ ਹੈ। ਤੇ ਟਾਈਪਰਾਈਟਰ ਕੰਪਿਊਟਰ ਸਪੀਡ ਐਟ ਦਾ ਸਪੀਡ ਆਫ 20 ਵਰਡ ਪਰ ਮਿੰਟ ਠੀਕ ਹੈ। ਸਪੀਡ ਤੁਹਾਡੀ 20 ਵਰਡ ਪਰ ਮਿੰਟ ਦੀ ਹੋਣੀ ਚਾਹੀਦੀ ਹੈ ਠੀਕ ਹੈ ਜੀ। ਦਾ ਇੰਗਲਿਸ਼ ਸ਼ੈਲ ਵੀ 60 ਵਰਡ ਪਰ ਮਿੰਟ ਇਨ ਦਾ ਰਿਕੁਆਇਰਡ ਟ੍ਰਾਂਸਲੇਟਰ 12 ਵਰਡ ਪਰ ਮਿੰਟ ਔਨ ਟਾਈਪਰਾਈਟਰ ਕੰਪਿਊਟਰ ਐਟ ਦਾ ਸਪੀਡ ਆਫ 12 ਵਰਡ ਪਰ ਮਿੰਟ ਯਾਰ ਇਹ ਕਨਫਿਊਜ਼ਨ ਜਿਹਾ ਹੀ ਕਰ ਰੱਖਿਆ ਇਹ ਦੇਖ ਲਿਓ ਯਾਰ ਤੁਸੀਂ ਠੀਕ ਹੈ। ਤੇ ਪੈਸੇ 12 ਵਰਡ ਐਟਲੀਸਟ 120 ਆਵਰਸ ਕੋ ਉਹੀ 120 ਘੰਟੇ ਦਾ ਕੋਰਸ ਹੈ ਯਾਰ ਔਰ ਉਹ ਲੈਵਲ ਦਾ ਕੋਰਸ ਤਾਂ ਬਾਈ ਹਰ ਕਿਤੇ ਮੰਗਿਆ ਹਰ ਵੈਕੈਂਸੀ 'ਚ ਉਹ ਲੈਵਲ ਦਾ ਕੋਰਸ ਅਗਰ ਤੁਸੀਂ ਕੀਤਾ ਤੁਸੀਂ ਹਰ ਵੈਕੈਂਸੀ ਕੁਆਲੀਫਾਈਡ ਹੋ ਠੀਕ ਹੈ ਜੀ। ਅਗਰ ਬਾਕੀ ਕੁਆਲੀਫਿਕੇਸ਼ਨ ਹੈ ਤੁਹਾਡੀ ਜੂਨੀਅਰ ਐਡੀਟਰ ਸ਼ੁੱਡ ਹੈਵ ਡਿਗਰੀ BCom ਫਸਟ ਡਿਵੀਜ਼ਨ ਬਾਈ ਪਹਿਲੀ ਕਲਾ ਫਸਟ ਡਿਵੀਜ਼ਨ 'ਚ ਔਰ ਜਾਂ MCom ਸੈਕੰਡ ਡਿਵੀਜ਼ਨ 'ਚ ਬਾਈ MCom ਸੈਕੰਡ ਡਿਵੀਜ਼ਨ ਚਲੇਗਾ ਠੀਕ ਹੈ। ਰਿਕੋਗਨਾਈਜ਼ ਯੂਨੀਵਰਸਿਟੀ ਲੋਕਲ ਆਡਿਟ ਦੇ ਲੋਕਲ ਆਡਿਟ ਗਰੁੱਪ ਸਰਵਿਸ ਰੂਲ ਠੀਕ ਹੈ। ਤੇ ਡਰਾਫਟਸਮੈਨ ਸ਼ੁੱਡ ਹੈ 10ਵੀਂ ਦੀ ਭਰਤੀ ਹੈ ਬਾਈ ਵਿਦ ਪੰਜਾਬੀ ਐਜ਼ 1 ਸਬਜੈਕਟ ਫਰੋਮ ਰਿਕੋਗਨਾਈਜ਼ ਯੂਨੀਵਰਸਿਟੀ ਉਹ ਗੁੱਡ ਯਾਰ ਔਰ should pay 2 year certificate draftsman civil from industry institute higher qualification discipline of recognized university बस 2 साल ਦਾ ਉਹਨਾਂ ਨੇ ਸਰਟੀਫਿਕੇਟ ਮੰਗਿਆ ਕਾਹਦਾ ਮੰਗਿਆ ਆ ਦੇਖੋ ਜੀ should have 2 year certificate draftsman civil institute training institute higher qualification ਠੀਕ ਹੈ 2 ਸਾਲ ਦਾ ਕੋਈ ਵੀ ਸਰਟੀਫਿਕੇਟ ਹੋਣਾ ਚਾਹੀਦਾ ਤੁਹਾਡਾ ਵੀ ਡਰਾਫਟਸਮੈਨ ਕੀਤਾ ਤਾਂ ਕਿਤੇ ਨਾ ਕਿਤੇ ਕੰਮ ਵੀ ਕੀਤਾ ਹੋਗਾ ਉੱਥੇ ਦਾ ਸਰਟੀਫਿਕੇਟ ਮੰਗਿਆ। ਇੰਸਟਰਕਟਰ ਸ਼ੁੱਡ ਹੈਵ ਪਾਸ ਗ੍ਰੈਜੂਏਸ਼ਨ ਫਰੋਮ ਰਿਕੋਗਨਾਈਜ਼ ਯੂਨੀਵਰਸਿਟੀ ਇੰਸਟੀਚਿਊਟ ਸ਼ੁੱਡ ਹੈਵ ਸਟੱਡੀਡ ਪੰਜਾਬੀ ਐਂਡ ਇਲੈਕਟਿਵ ਸਬਜੈਕਟ 3 ਈਅਰ
ठीक है ऑफ ग्रेजुएशन स्टडी भाई देखो स्टडीड पंजाबी एज इलैक्टिव सब्जैक्ट फ्रॉम 3 साल का ईयर ऑफ ग्रेजुएशन ठीक है ग्रेजुएशन की भर्ती है तो इंस्ट्रक्टर की तो शुड हैव क्वालीफाई पंजाबी स्टैनोग्राफी एट स्पीड 100 वर्ड पर मिनट ऑन कंप्यूटर 100 वर्ड कंप्यूटर ते भाई स्टैनोग्राफी वास्ते शुड हैव पॉसिबल एटलीस्ट 1 ईयर एक्सपीरियंस एज स्टैनोग्राफर इन द गवर्नमेंट ऑफिस रिकोगनाइज इंस्टीट्यूट सारे पढ़े लिखे ग्रेजुएशन के लैवल दी भर्तियां तुसीं समझ भी जाओगे शुड हैव पाद कोर्स इन पंजाबी लैंगुएज डिपार्टमेंट तो आ कोर्स होने चाहिए टेस्ट बाद अध्यापन ठीक है कोर्स ठीक है तो ये सारिया वैकेंसियां सी उन्होंने जो कि क्वालिफिकेशन थी उम्र सीमा की गल करिए 18 तो 37 साल तक जरनल दी है ठीक है जी तो अनुसूचित जाति पछड़ी छिड़े ने 42 साल तो वध नहीं होगी तो जोड़े बेचारे केंद्री राज के केंद्री कर्मचारियों ने जी भरे 45 साल तो ज़्यादा नहीं होनी चाहिए साबका फौजियों की उही उन्होंने क्या कहना उन्हें फौज च किया होया सेवा उन्होंने उम्र के विचों घटाई जाएगी तो उसके बाद वो 3 साल तो वध नहीं होनी चाहिए जो नॉर्मल जरनल की उम्र है ठीक है जी तो अपने जो हैंडीकैप्ड वीर ने या भैन ने उन्होंने 10 साल की छूट दी गई उन्होंनी उम्र 47 साल तो वध नहीं होनी चाहिए ठीक है जो विडो डिवोर्सी सर्टन ऑफ द कैटागरी मैरिज वूमैन इंस्ट्रक्टर उन्होंने 40 साल इलैक्शन 40 साल तक इलैक्शन तो NOC चाहिए भाई केंद्री राज जो नॉर्मल कर्मचारी भरनगे उन्होंने NOC चाहिए उन्होंनी ठीक है NOC चाहिए है तो रिजर्वेशन राखवा लाभ लैने पंजाबी मिलन योग होगा ठीक है जी बाकी अपने सारे सर्टिफिकेट वगैरह ठीक है फीस की गल करिए भाई देखो जरनल दी है जरनल और फ्रीडम फाइटर खिडारी 1000 रुपया SC BC आर्थिक तौर EWS वाले की 250 है साबका फौजियों की ठीक है तो डिपेंडेंटा की 200 रुपया तो हैंडीकैप्ड की 500 रुपया ठीक है जी वापस नहीं की जाएगी एक बार फीस भरोगी जी ठीक है पेपर की चोण विधि किदा MC क्वेश्चन आउणगे जी ठीक है लिखती परीक्षा की लाई जाएगी MC क्वेश्चन आउणगे ठीक है वो सारे किते अजकल नॉर्मल चलता है कुछ असामियां का अंग्रेजी और पंजाबी का टाइपिंग टेस्ट भी लिया जाएगा वो पेपर तो बाद है जिन्होंने दे रखा तुसीं देख ही लेता होना लिखती ਪ੍ਰੀਖਿਆ भी जेकर मैरिट की बराबरता संबंधी कोई मामला आउंदा तो बेचारा जन्म ही उही उम्र के हिसाब नाल उन्होंने चक्के जाएगा दोनों के नंबर सेम है जिहदी उम्र ज़्यादा उन्होंने चक लिया जाएगा ठीक है जी तो अगे लिखती ਪ੍ਰੀਖਿਆ टाइपिंग टेस्ट रोल नंबर वैबसाइट पर आउणगे ठीक है जी वो तुहानूं उपलब्ध कराई देवांगा जिद्दां आ गए तो तुहाडा फार्म कितना रिजैक्ट होया भी पूरी फीस नहीं भरी तुसीं जां विनय पत्र कोई गलत अपलाई करता साइबर कैफे वाले गलत इस करके साइबर कैफे वाले दे कोल बैठ के मैं बार बार हर वीडियो यही कहना कि साइबर कैफे वाले ते ना भरोसा करो हर चीज़ देखो जो वो भर रहा है क्योंकि कॉपीराइट करता तो कॉपी पेस्ट करता रहता है क्योंकि वो बाद बहुत लाइन लगी है तो वो कॉपी पेस्ट दे मेल का मेल कर दिंदा फेल का मेल कर दिंदा तो फिर बाद आप चक्कर काटते रहो ठीक है ये प्रॉपर लिखा अगर हो गया तो कोई जिम्मेवारी नहीं इन्हों की महकमे वालों की कोई जिम्मेवारी नहीं है ठीक है जी तो अगे आ गया अपना 29 तरीक आ दे अपलाई करने की लोड़ नहीं फीस जमा कराने की आखिरी मिति 29 तरीक 29 तरीक तो बाद 29/9/23 तो बाद कोई फीस नहीं ली जाएगी ठीक है जी सॉरी ये आ गया अपना ठीक है आदे उन्होंने पहले कैटागरी तो कोड का ध्यान रखते हुए ठीक है जी हाँ जी चलो जी पूरा हो गया हाँ जी तो ये सी अपना एक बार फिर मैं तुम्हें दिखा देना कि तुहाडी अपलाई करने की याद रख लियो अपलाई करने की मिति कितनी है ठीक है अपलाई करने की मिति हैगी तुहाडी जी देखो जी फिर दस देना 30/8/23 तो आप अपलाई शुरू फार्म हो गए 27/9/23 तक फार्म भरे जाने हैं ठीक है उसके बाद 29 तरीक तक फीस भरी जानी है फार्म नहीं भरया जाना याद रखियो 29 तरीक तक फीस भरी जाएगी फार्म 27 बंद हो जाने 27/9 बंद हो जाने ठीक है उस तो बाद तुसीं फीस का टाइम देता तुहानूं उन्होंने जो 27 फार्म भरेगा उन्होंने 2 दिन फीस अपडेट में लगते हैं इस करके उन्हें 72 घंटे लगते हैं या 45 घंटे जो भी है लगते हैं तो इस करके 2 दिन देते उन्होंने ठीक है जी ਤਾਂ करके होर जे वीडियो वधिया लगी तो दोस्तों मित्रों नाल शेयर कर देना ठीक है नाले चैनल नूं सबसक्राइब कर लेना तां जो मेरी हर एक वीडियो इदां ही तुहानूं लेटेस्ट जॉब की जानकारी मिलती रहे तो चलो मिलते हैं जी अगली वीडियो च धन्नवाद जी।